ਦੋਸਤੋ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਮਾਲਾ ਮਣਕੇ ਉੱਤੇ। ਕਿਤਾਬ ਨਿਰਾਸ਼ਾ ਤੋਂ ਬਚੋ, ਲੇਖਕ ਸਵੇਟ ਮਾਰਡਨ, ਲੇਖ ਦਾ ਨਾਮ ਚੰਗੀ ਕਿਸਮਤ ਦਾ ਬੀਜ। ਕਲਪਨਾ ਕਰੋ ਕਿ ਇੱਕ ਆਦਮੀ ਹੈ ਜਿਸ ਨੇ 10 ਸਾਲ ਤੱਕ ਬੜੇ ਉੱਚੇ ਅਹੁਦੇ ਤੇ ਨੌਕਰੀ ਕੀਤੀ ਹੈ, ਹਰ ਮਹੀਨੇ ਮੋਟੀ ਤਨਖਾਹ ਪਾਉਂਦਾ ਰਿਹਾ ਹੈ ਤੇ ਐਸ਼ੋ ਆਰਾਮ ਦੀ ਜ਼ਿੰਦਗੀ ਬਿਤਾਉਣ ਦਾ ਆਦੀ ਹੋ ਗਿਆ ਹੈ। ਲੇਕਿਨ ਅਚਾਨਕ ਕਿਸੇ ਕਾਰਨ ਉਸ ਦੀ ਨੌਕਰੀ ਛੁੱਟ ਜਾਂਦੀ ਹੈ ਤੇ ਹਾਲਾਤ ਅਜਿਹੇ ਹੋ ਜਾਂਦੇ ਹਨ ਕਿ ਫੌਰਨ ਕਿਤੇ ਕੋਈ ਦੂਸਰੀ ਨੌਕਰੀ ਲੱਗਣ ਦੀ ਸੰਭਾਵਨਾ ਨਹੀਂ ਬਣ ਰਹੀ। ਘਰ ਵਿੱਚ 8-10 ਖਾਣ ਵਾਲੇ ਹਨ, ਕੋਈ ਜ਼ਮੀਨ ਜਾਇਦਾਦ ਨਹੀਂ ਹੈ, ਬੈਂਕ ਵਿੱਚ ਕੋਈ ਪੂੰਜੀ ਵੀ ਜਮ੍ਹਾਂ ਨਹੀਂ ਹੈ। ਅਜਿਹੇ ਵਿੱਚ ਜੇ ਉਹ ਆਪਣੀ ਕਿਸਮਤ ਨੂੰ ਕੋਸਣ ਤਾਂ ਤੁਸੀਂ ਉਸ ਨੂੰ ਕੀ ਕਹੋਗੇ? ਸਪਸ਼ਟ ਹੈ, ਪ੍ਰਗਟ ਹੈ ਕਿ ਮੂਰਖ ਕਹਿਣ ਦੇ ਇਲਾਵਾ ਨਾ ਤਾਂ ਉਸ ਨੂੰ ਕੁਝ ਕਿਹਾ ਜਾ ਸਕਦਾ ਹੈ ਤੇ ਨਾ ਹੀ ਉਸ ਦੀ ਕੋਈ ਸਹਾਇਤਾ ਕੀਤੀ ਜਾ ਸਕਦੀ ਹੈ। ਕੀਤਾ ਸਿਰਫ ਇਹ ਜਾ ਸਕਦਾ ਹੈ ਕਿ ਅਜਿਹੇ ਮੂਰਖ ਆਦਮੀ ਦੇ ਜੀਵਨ ਤੋਂ ਸਿੱਖਿਆ ਗ੍ਰਹਿਣ ਕਰਕੇ ਅਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਹਾਲਾਤ ਵਿੱਚ ਪੈਣ ਤੋਂ ਬਚਾਈ ਰੱਖੀਏ। ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਉਹ ਮੂਰਖ ਕਿਉਂ ਹੈ? ਨੌਕਰੀ ਉਸਨੇ ਖੁਦ ਨਹੀਂ ਛੱਡੀ, ਛੁੱਟ ਗਈ ਹੈ ਤਾਂ ਉਸ ਵਿੱਚ ਉਸ ਦਾ ਕੀ ਦੋਸ਼? ਅੱਗੇ ਕੋਈ ਨਹੀਂ ਨੌਕਰੀ ਮਿਲ ਰਹੀ ਤਾਂ ਉਹ ਕੀ ਕਰੇ? ਠੀਕ ਹੈ ਕਿ ਉਹ ਹੁਣ ਕੁਝ ਨਹੀਂ ਕਰ ਸਕਦਾ, ਲੇਕਿਨ ਜਦੋਂ ਉਹ ਸਭ ਕੁਝ ਕਰ ਸਕਦਾ ਸੀ ਉਦੋਂ ਉਸਨੇ ਕਿਉਂ ਨਹੀਂ ਕੀਤਾ? 10 ਵਰ੍ਹਿਆਂ ਤੱਕ ਹਰ ਮਹੀਨੇ ਮੋਟੀ ਰਕਮ ਕਮਾਉਂਦਾ ਰਿਹਾ ਅਤੇ ਜਿੰਨਾ ਕਮਾਉਂਦਾ ਰਿਹਾ ਉਸ ਤੋਂ ਜ਼ਿਆਦਾ ਜਾਂ ਉਨਾ ਹੀ ਖਰਚ ਕਰਦਾ ਰਿਹਾ। ਕੇਵਲ ਜ਼ਰੂਰੀ ਚੀਜ਼ਾਂ ਉੱਤੇ ਖਰਚ ਕਰਦਾ ਹੁੰਦਾ ਤਾਂ ਕੀ ਉਸ ਦੀ ਮਹੀਨੇ ਦੀ ਤਨਖਾਹ ਸਾਰੀ ਖਰਚ ਹੋ ਜਾਂਦੀ? ਨਹੀਂ ਤਾਂ ਫਿਰ ਉਹ ਕੀ ਕਰਦਾ ਰਿਹਾ ਹੈ? ਇਹੀ ਨਾ ਕਿ ਜਿਨ੍ਹਾਂ ਚੀਜ਼ਾਂ 'ਤੇ ਖਰਚ ਕਰੇ ਬਿਨਾਂ ਵੀ ਕੰਮ ਚੱਲ ਸਕਦਾ ਸੀ ਉਹਨਾਂ 'ਤੇ ਵੀ ਉਹ ਆਪਣੀ ਮਿਹਨਤ ਦੀ ਕਮਾਈ ਵਹਾਉਂਦਾ ਰਿਹਾ। ਜਾਂ ਫਿਰ ਇਹ ਕਹਿ ਲਈਏ ਕਿ ਉਸਨੇ ਪੈਸੇ ਦੀ ਕਦਰ ਨਹੀਂ ਜਾਣੀ। ਪੈਸੇ ਦੀ ਬੇਕਦਰੀ ਜਾਂ ਅਪਮਾਨ ਕਰਨ ਦੀ ਹੀ ਅੱਜ ਉਸ ਨੂੰ ਇਹ ਸਜ਼ਾ ਮਿਲ ਰਹੀ ਹੈ ਕਿ ਉਹ ਪੈਸੇ ਦੇ ਹੱਥੋਂ ਅਪਮਾਨਿਤ ਕੀਤਾ ਜਾ ਰਿਹਾ ਹੈ। ਮੇਰਾ ਇਹ ਮਤਲਬ ਨਹੀਂ ਹੈ ਕਿ ਕਿਉਂਕਿ ਉਹ ਆਪਣੀ ਕਿਸੇ ਖੁਸ਼ੀ ਨੂੰ ਹਾਸਲ ਕਰਨ ਦੇ ਲਈ ਪੈਸਾ ਖਰਚ ਕਰਦਾ ਰਿਹਾ ਹੈ ਇਸ ਲਈ ਉਹ ਫਜ਼ੂਲ ਖਰਚੀ ਸੀ। ਮੈਂ ਇਸ ਨੂੰ ਫਜ਼ੂਲ ਖਰਚੀ ਨਹੀਂ ਗਿਣਦਾ ਜਾਂ ਇਹ ਵੀ ਨਹੀਂ ਕਹਿੰਦਾ ਕਿ ਉਸ ਨੂੰ ਆਪਣੇ ਜੀਵਨ ਦੀਆਂ ਸੁਵਿਧਾਵਾਂ ਨਹੀਂ ਖਰੀਦਣੀਆਂ ਚਾਹੀਦੀਆਂ ਹਨ। ਇਹ ਵੀ ਕਰਨਾ ਚਾਹੀਦਾ ਹੈ। ਸੁੱਖ ਸੁਵਿਧਾਵਾਂ 'ਤੇ ਖਰਚ ਕੀਤਾ ਗਿਆ ਪੈਸਾ ਫਜ਼ੂਲ ਖਰਚੀ ਦੀ ਕੋਟੀ ਵਿੱਚ ਨਹੀਂ ਆਉਂਦਾ। ਇਸ ਤਰ੍ਹਾਂ ਖਰਚ ਕਰਨ ਦੇ ਬਾਅਦ ਵਿਅਕਤੀ ਨੂੰ ਕੋਈ ਅਫਸੋਸ ਵੀ ਨਹੀਂ ਹੁੰਦਾ ਤੇ ਉੱਚ ਸੁਵਿਧਾਵਾਂ ਜਤਾਉਣਾ ਐਸ਼ਪ੍ਰਸਤੀ ਵੀ ਨਹੀਂ ਕਹਾਉਂਦਾ। ਉਚਿਤ ਸੁਵਿਧਾਵਾਂ ਕੀ ਹੁੰਦੀਆਂ ਹਨ? ਤੁਸੀਂ ਪੁੱਛ ਸਕਦੇ ਹੋ ਕਿ ਜੇ ਮੈਂ ਅੱਛੇ ਕੱਪੜੇ ਪਹਿਨਣ ਨਾਲ ਪ੍ਰਸੰਨਤਾ ਅਤੇ ਸੁਵਿਧਾ ਅਨੁਭਵ ਕਰਦਾ ਹਾਂ ਤਾਂ ਕੀ ਇਹ ਅਣਉਚਿਤ ਹੈ? ਜੇ ਮੈਨੂੰ ਸ਼ਰਾਬ ਵਿੱਚ ਮਜ਼ਾ ਆਉਂਦਾ ਹੈ ਤਾਂ ਇਸ ਨੂੰ ਬੁਰਾ ਕਿਉਂ ਕਿਹਾ ਜਾਵੇ? ਜੂਆ ਖੇਡਣ ਨਾਲ ਜੇ ਮੇਰਾ ਮਨੋਰੰਜਨ ਹੁੰਦਾ ਹੈ ਤਾਂ ਇਹ ਮੁਨਾਸਿਬ ਕਿਉਂ ਨਹੀਂ ਹੈ? ਉੱਤਰ ਵਿੱਚ ਇਹ ਹੈ ਕਿ ਅੱਛੇ ਕੱਪੜੇ ਪਹਿਨਣਾ ਬੁਰੀ ਗੱਲ ਨਹੀਂ ਹੈ, ਬਲਕਿ ਅੱਛੇ ਕੱਪੜੇ ਤਾਂ ਪਹਿਨਣੇ ਹੀ ਚਾਹੀਦੇ ਹਨ, ਪਰ ਕੱਪੜਿਆਂ 'ਤੇ ਕੀਤਾ ਜਾਣ ਵਾਲਾ ਖਰਚ ਵੀ ਤੁਹਾਡੀ ਆਮਦਨੀ ਦੇ ਅਨੁਪਾਤ ਵਿੱਚ ਹੋਵੇ। ਇਸ ਤਰ੍ਹਾਂ ਕਦੇ-ਕਦੇ ਅਤੇ ਆਮਦਨੀ ਦੇ ਅਨੁਪਾਤ ਵਿੱਚ ਕਿਸੇ ਵੀ ਮਨੋਰੰਜਨ 'ਤੇ ਪੈਸਾ ਖਰਚ ਕੀਤਾ ਜਾ ਸਕਦਾ ਹੈ ਤੇ ਕੀਤਾ ਜਾਣਾ ਵੀ ਚਾਹੀਦਾ ਹੈ। ਲੇਕਿਨ ਜੇ ਤੁਸੀਂ ਸਿਰਫ ਮਜ਼ੇ ਜਾਂ ਲੱਤ ਦੇ ਕਾਰਨ ਸ਼ਰਾਬ ਅਤੇ ਜੂਏ ਵਰਗੀਆਂ ਮਦਾਂ 'ਤੇ ਪੈਸਾ ਖਰਚ ਕਰਨ ਲੱਗ ਜਾਵੋਗੇ ਤਾਂ ਤੁਹਾਡੀ ਆਮਦਨੀ ਦਾ ਅਨੁਪਾਤ ਵਿਗੜ ਜਾਵੇਗਾ ਅਤੇ ਇਸ ਪ੍ਰਕਾਰ ਕੀਤਾ ਜਾਣ ਵਾਲਾ ਖਰਚ ਫਜ਼ੂਲ ਖਰਚੀ ਵਿੱਚ ਸ਼ੁਮਾਰ ਕੀਤਾ ਜਾਵੇਗਾ। ਆਮਦਨੀ ਦਾ ਅਨੁਪਾਤ ਕੀ ਹੁੰਦਾ ਹੈ? ਕਿਸ ਮੱਧ ਵਿੱਚ ਕਿੰਨਾ ਖਰਚ ਕੀਤਾ ਗਿਆ ਧਨ ਅਨੁਪਾਤਿਕ ਖਰਚ ਕਹਾਉਂਦਾ ਹੈ? ਇਹਨਾਂ ਪ੍ਰਸ਼ਨਾਂ ਦਾ ਮੋਟੇ ਤੌਰ 'ਤੇ ਉੱਤਰ ਦਿੱਤਾ ਜਾਵੇ ਤਾਂ ਸਿਰਫ ਇਹ ਕਹਿ ਦੇਣਾ ਹੀ ਕਾਫੀ ਹੋਵੇਗਾ ਕਿ ਜੇ ਜ਼ਰੂਰੀ ਖਰਚਾਂ ਦੇ ਇਲਾਵਾ ਕੁਝ ਵੀ ਖਰਚ ਕੀਤਾ ਜਾਵੇ, ਯਾਨੀ ਬਚਤ ਦੀ ਕੀਮਤ 'ਤੇ ਖਰਚ ਕੀਤਾ ਜਾਵੇ, ਤਾਂ ਉਸ ਨਾਲ ਤੁਹਾਡੀ ਆਮਦਨੀ ਅਤੇ ਖਰਚ ਦਾ ਸਾਰਾ ਹਿਸਾਬ ਵਿਗੜ ਜਾਂਦਾ ਹੈ। ਹੁਣ ਇਸ ਦੇ ਉੱਤਰ ਵਿੱਚ ਕਈ ਪ੍ਰਸ਼ਨ ਵੀ ਕੀਤੇ ਜਾ ਸਕਦੇ ਹਨ। ਕੀ ਤੁਸੀਂ ਸਾਰੀ ਉਮਰ ਕਮਾਉਂਦੇ ਰਹਿ ਸਕਦੇ ਹੋ? ਕੀ ਤੁਸੀਂ ਇਹ ਨਹੀਂ ਚਾਹੋਗੇ ਕਿ ਬੁਢਾਪੇ ਵਿੱਚ ਪਹੁੰਚ ਕੇ ਤੁਸੀਂ ਆਰਾਮ ਦਾ ਜੀਵਨ ਬਿਤਾ ਸਕੋ? ਆਪਣੇ ਬੱਚਿਆਂ ਨੂੰ ਉੱਚੀ ਸਿੱਖਿਆ ਦੇਣ ਦੇ ਲਈ ਤੁਹਾਨੂੰ ਪੈਸੇ ਦੀ ਜ਼ਰੂਰਤ ਨਹੀਂ ਪਵੇਗੀ? ਕੀ ਤੁਸੀਂ ਨਿਸ਼ਚਿਤ ਰੂਪ ਵਿੱਚ ਕਹਿ ਸਕਦੇ ਹੋ ਕਿ ਤੁਸੀਂ ਕਦੇ ਬਿਮਾਰ ਨਹੀਂ ਪਓਗੇ ਜਾਂ ਕਿਸੇ ਦੁਰਘਟਨਾ ਵਿੱਚ ਗ੍ਰਸਤ ਹੋ ਕੇ ਕਮਾਉਣ ਦੇ ਅਯੋਗ ਨਹੀਂ ਹੋ ਸਕਦੇ? ਅਤੇ ਇਹ ਕਿ ਕੀ ਤੁਹਾਡੇ ਕੰਮ ਕਰਨ ਦੀ ਸਮਰੱਥਾ ਇੱਕੋ ਵਰਗੀ ਹੀ ਬਣੀ ਰਹੇਗੀ? ਬਿਲਕੁਲ ਨਹੀਂ, ਸਮਰੱਥਾ ਬਦਲ ਵੀ ਸਕਦੀ ਹੈ। ਸੋ ਆਉਣ ਵਾਲੇ ਕੱਲ੍ਹ ਦੀਆਂ ਜ਼ਰੂਰਤਾਂ ਦੇ ਲਈ ਧਨ ਬਚਾ ਕੇ ਨਾ ਰੱਖਣ ਤੇ ਜੋ ਕਮਾਇਆ ਸੋ ਉਡਾਇਆ ਵਾਲੀ ਕਹਾਵਤ ਨੂੰ ਚਰਿਤਾਰਥ ਕਰਨ ਵਾਲੇ ਲੋਕਾਂ ਦੀ ਕਮੀ ਨਹੀਂ ਹੈ। ਇਸੇ ਲਈ ਕਿਸੇ ਵੀ ਪਲ ਆਰਥਿਕ ਸੰਕਟ ਵਿੱਚ ਜਕੜੇ ਜਾਣ ਵਾਲੇ ਲੋਕਾਂ ਦੀ ਸੰਖਿਆ ਇੰਨੀ ਜ਼ਿਆਦਾ ਹੁੰਦੀ ਹੈ। ਮੇਰੇ ਇੱਕ ਵਾਕਫ ਮਿੱਤਰ ਹਨ, ਇਸੇ ਪ੍ਰਕਾਰ ਦੇ ਅਚਾਨਕ ਸੰਕਟ ਦੇ ਸ਼ਿਕਾਰ ਹੋ ਗਏ। ਹੁਣ ਪਛਤਾ ਰਹੇ ਹਨ ਤੇ ਕਹਿੰਦੇ ਹਨ ਕਿ ਜੇ ਪਿਛਲੇ 30 ਵਰ੍ਹਿਆਂ ਵਿੱਚ ਮੈਂ ਸਿਰਫ 1 ਰੁਪਈਆ ਰੋਜ਼ ਦੇ ਹਿਸਾਬ ਨਾਲ ਬਚਤ ਕੀਤੀ ਹੁੰਦੀ ਤਾਂ ਅੱਜ ਮੇਰੇ ਕੋਲ 9300 ਰੁਪਏ ਹੁੰਦੇ, ਜੋ ਕਿ ਇਸ ਆਡੇ ਵਕਤ ਵਿੱਚ ਬਹੁਤ ਕੰਮ ਆਉਂਦੇ। ਇਹ ਠੀਕ ਹੈ ਕਿ ਉਸ ਸਮੇਂ ਇਹਨਾਂ ਦੇ ਲਈ 1 ਰੁਪਇਆ ਰੋਜ਼ ਜਾਂ 30 ਰੁਪਏ ਮਹੀਨਾ ਕੋਈ ਮਹੱਤਵ ਨਹੀਂ ਰੱਖਦਾ ਸੀ, ਕਿਉਂਕਿ ਮਹੀਨੇ ਦੀ ਆਮਦਨੀ 1000 ਰੁਪਏ ਦੇ ਕਰੀਬ ਸੀ। ਲੇਕਿਨ ਅੱਜ ਬੇਰੁਜ਼ਗਾਰੀ ਦਾ ਵਕਤ ਕੱਟਣ ਦੇ ਲਈ 9300 ਰੁਪਏ ਦੀ ਰਕਮ ਬਹੁਤ ਵੱਡੀ ਰਕਮ ਹੁੰਦੀ ਹੈ।
ਤੁਸੀਂ ਕਹਿ ਸਕਦੇ ਹੋ ਕਿ 1 ਰੁਪਇਆ ਰੋਜ਼ ਦੀ ਬਚਤ ਦਾ ਸੁਝਾਅ ਉਸ ਮਜ਼ਦੂਰ ਨੂੰ ਕਿਵੇਂ ਦਿੱਤਾ ਜਾ ਸਕਦਾ ਹੈ ਜਿਸ ਦੀ ਰੋਜ਼ਾਨਾ ਆਮਦਨੀ ਹੀ 3 ਜਾਂ 4 ਰੁਪਏ ਹੋਵੇ। ਇਹ ਠੀਕ ਵੀ ਹੈ ਕਿ ਉਹ ਵਿਚਾਰਾ ਆਪਣੀ ਅਤੇ ਆਪਣੇ ਪਰਿਵਾਰ ਦੀਆਂ ਆਧਾਰਭੂਤ ਜ਼ਰੂਰਤਾਂ ਵਿੱਚੋਂ ਕੱਟ ਕੇ ਵੀ ਇੰਨੀ ਬਚਤ ਨਹੀਂ ਕਰ ਸਕਦਾ। ਜਿਸ ਤਰ੍ਹਾਂ 1000 ਰੁਪਇਆ ਮਹੀਨਾ ਕਮਾਉਣ ਵਾਲਿਆਂ ਦੇ ਲਈ 1 ਰੁਪਇਆ ਰੋਜ਼ ਬਹੁਤ ਥੋੜੀ ਬਚਤ ਕਹੀ ਜਾ ਸਕਦੀ ਹੈ, ਉਸੇ ਤਰ੍ਹਾਂ 100 ਰੁਪਏ ਮਹੀਨਾ ਕਮਾਉਣ ਵਾਲਿਆਂ ਦੇ ਲਈ 1 ਰੁਪਇਆ ਰੋਜ਼ ਯਾਨੀ 30 ਰੁਪਏ ਮਹੀਨੇ ਦੀ ਬਚਤ ਬਹੁਤ ਭਾਰੀ ਹੋਵੇਗੀ। ਲੇਕਿਨ 1000 ਰੁਪਇਆ ਕਮਾਉਣ ਵਾਲਾ ਜੇ 100 ਰੁਪਏ ਦੀ ਬਚਤ ਕਰੇ ਤੇ 100 ਰੁਪਇਆ ਕਮਾਉਣ ਵਾਲਾ 10 ਰੁਪਏ ਮਹੀਨੇ ਦੇ ਜਾਂ 30 ਪੈਸੇ ਰੋਜ਼ ਦੇ ਹੀ ਬਚਾਵੇ ਤਾਂ ਕੀ ਇਹ ਬਚਤ ਵੀ ਅਣਉਚਿਤ ਹੋਵੇਗੀ? ਛੋਟੀ ਆਮਦਨੀ ਵਾਲਿਆਂ ਦੇ ਲਈ ਤਾਂ ਬਚਤ ਕਰਨਾ ਹੋਰ ਵੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜ਼ਿਆਦਾ ਆਮਦਨ ਵਾਲਿਆਂ ਦੇ ਤਾਂ ਫਿਰ ਵੀ ਕੋਈ ਨਾ ਕੋਈ ਐਸੇ ਪ੍ਰਬੰਧ ਹੁੰਦੇ ਹਨ ਜਿੱਥੋਂ ਉਹ ਜ਼ਰੂਰਤ ਪੈਣ ਦੇ ਉਧਾਰ ਜਾਂ ਕਰਜ਼ਾ ਵੀ ਲੈ ਸਕਦੇ ਹਨ। ਪਰ ਥੋੜੀ ਆਮਦਨ ਵਾਲਿਆਂ ਨੂੰ ਇਸ ਪ੍ਰਕਾਰ ਦੀਆਂ ਸੁਵਿਧਾਵਾਂ ਵੀ ਜ਼ਿਆਦਾ ਨਹੀਂ ਹੁੰਦੀਆਂ। ਇਸ ਦੇ ਇਲਾਵਾ ਉਸਨੇ ਜੋ ਕੁਝ ਵੀ ਕਮਾਉਣਾ ਜਾਂ ਬਚਾਉਣਾ ਹੁੰਦਾ ਹੈ ਉਸ ਦਾ ਉਦੇਸ਼ ਸਿਰਫ 2 ਵਕਤ ਦਾ ਖਾਣਾ ਜਟਾਉਣ ਜਾਂ ਤਨ ਢਕਣਾ ਹੀ ਹੁੰਦਾ ਹੈ। ਇਸ ਤੋਂ ਜ਼ਿਆਦਾ ਦੀ ਉਸ ਦੇ ਕੋਲ ਗੁੰਜਾਇਸ਼ ਹੀ ਨਹੀਂ ਹੁੰਦੀ। ਅਜਿਹੀ ਹਾਲਤ ਵਿੱਚ ਜੇ ਉਸ ਨੂੰ ਕਿਸੇ ਵੀ ਹੋਰ ਅਤੇ ਜ਼ਰੂਰੀ ਤੋਂ ਜ਼ਰੂਰੀ ਖਰਚ ਦੇ ਲਈ ਪੈਸੇ ਦੀ ਇੰਨੀ ਸਖਤ ਜ਼ਰੂਰਤ ਪੈ ਸਕਦੀ ਹੈ ਕਿ ਜੇ ਪੂਰੀ ਨਾ ਕੀਤੀ ਜਾ ਸਕੇ ਤਾਂ ਸ਼ਾਇਦ ਉਸ ਦਾ ਜੀਵਤ ਰਹਿਣਾ ਅਸੰਭਵ ਹੋ ਜਾਵੇ। ਮੱਧ ਵਰਗ ਦੇ ਹਰ ਇੱਕ ਵਿਅਕਤੀ ਦੇ ਲਈ ਜ਼ਰੂਰੀ ਹੈ ਕਿ ਉਹ ਘੱਟ ਤੋਂ ਘੱਟ 30 ਰੁਪਏ ਮਹੀਨੇ ਦੀ ਬਚਤ ਕਰੇ। ਇਸ ਦੇ ਲਈ ਚਾਹੇ ਉਸ ਨੂੰ ਕੁਝ ਜ਼ਰੂਰੀ ਖਰਚਾਂ ਵਿੱਚੋਂ ਥੋੜਾ ਕੱਟਣਾ ਵੀ ਪਵੇ। ਕਿਸੇ ਵੀ ਦਰਮਿਆਨੇ ਦਰਜੇ ਦੇ ਨੌਜਵਾਨ ਜਾਂ ਮੁਟਿਆਰ ਨੂੰ ਆਪਣੀ ਕਮਾਈ ਸ਼ੁਰੂ ਕਰਦੇ ਹੀ ਇਹ ਪ੍ਰਤਿੱਗਿਆ ਕਰ ਲੈਣੀ ਚਾਹੀਦੀ ਹੈ ਕਿ ਇੰਨਾ ਤਾਂ ਹਰ ਮਹੀਨੇ ਜਮ੍ਹਾਂ ਕਰਨਾ ਹੀ ਹੋਵੇਗਾ। ਹੁਣ ਜਰਾ ਹਿਸਾਬ ਲਗਾਓ ਕਿ ਜੇ ਔਸਤ ਵਿਅਕਤੀ 20 ਵਰ੍ਹੇ ਦੀ ਉਮਰ ਵਿੱਚ ਕਮਾਉਣਾ ਸ਼ੁਰੂ ਕਰਦਾ ਹੈ ਤੇ ਉਹ 55 ਜਾਂ 60 ਸਾਲ ਦੀ ਉਮਰ ਤੱਕ ਕੰਮ ਕਰਨ ਦੇ ਯੋਗ ਰਹਿੰਦਾ ਹੈ ਤਾਂ ਉਹ ਇੰਨੀ ਛੋਟੀ ਜਿਹੀ ਨਿਯਮਿਤ ਬਚਤ ਦੇ ਹਿਸਾਬ ਨਾਲ ਵੀ ਬੁਢਾਪਾ ਆਉਣ ਤੱਕ ਲਗਭਗ 15000 ਰੁਪਏ ਦੀ ਬਚਤ ਕਰ ਚੁੱਕਿਆ ਹੋਵੇਗਾ ਅਤੇ ਇਹ ਰਕਮ ਉਸ ਦੇ ਜੀਵਨ ਦੇ ਅਵਕਾਸ਼ ਦੇ ਸਮੇਂ ਨੂੰ ਬੜਾ ਹੀ ਆਰਾਮ ਨਾਲ ਘਟਵਾ ਸਕਦੀ ਹੈ। ਅਤੇ ਜੇ ਉਹ ਇਸ ਰਕਮ ਦਾ ਉਪਯੋਗ ਖੁਦ ਵੀ ਨਹੀਂ ਕਰ ਸਕਦਾ ਯਾਨੀ ਛੱਡ ਕੇ ਮਰ ਜਾਂਦਾ ਹੈ ਤਾਂ ਉਸ ਦੇ ਉੱਤਰਾਧਿਕਾਰੀ ਨੌਜਵਾਨ ਜਾਂ ਮੁਟਿਆਰ ਨੂੰ ਆਪਣਾ ਜੀਵਨ ਸ਼ੁਰੂ ਕਰਨ ਵਿੱਚ ਇਸ 15000 ਦੀ ਰਕਮ ਨਾਲ ਬਹੁਤ ਵੱਡੀ ਮਦਦ ਮਿਲ ਜਾਵੇਗੀ। ਹੋ ਸਕਦਾ ਹੈ ਕਿ ਇਸ ਰੁਪਏ ਨੂੰ ਕਿਸੇ ਕਾਰੋਬਾਰ ਵਿੱਚ ਲਗਾ ਕੇ ਲੱਖਾਂ ਕਰੋੜਾਂ ਵੀ ਕਮਾ ਲਏ ਜਾਣ ਤੇ ਆਪਣੀਆਂ ਪੀੜ੍ਹੀਆਂ ਨੂੰ ਸਦਾ ਦੇ ਲਈ ਨੌਕਰੀ ਦੀ ਪੰਜਾਲੀ ਵਿੱਚੋਂ ਮੁਕਤ ਕਰ ਜਾਵੇ। ਇਸ ਪ੍ਰਕਾਰ ਇਹ ਸਿੱਧ ਹੁੰਦਾ ਹੈ ਕਿ ਛੋਟੇ ਤੋਂ ਛੋਟਾ ਸਿੱਕਾ ਪੈਸਾ ਵੀ ਫਜ਼ੂਲ ਖਰਚ ਕਰਦੇ ਸਮੇਂ ਸੋਚਣਾ ਚਾਹੀਦਾ ਹੈ। 1 ਪੈਸੇ ਦੀ ਇਕਾਈ ਹੀ ਵੱਧ ਕੇ ਦੁਹਾਈ, ਸੈਂਕੜਾ, ਹਜ਼ਾਰ ਅਤੇ ਲੱਖ ਆਦਿ ਬਣਦੀ ਚਲੀ ਜਾਂਦੀ ਹੈ। ਸੋ ਪੈਸੇ ਦਾ ਅਪਮਾਨ ਕਰਨਾ ਬੰਦ ਕਰ ਦਿਓ। 1 ਪੈਸਾ ਉਸ ਇੱਕ ਬੀਜ ਦੀ ਤਰ੍ਹਾਂ ਸਮਝੋ ਜਿਸ ਨੂੰ ਧਰਤੀ ਵਿੱਚ ਬੀਜਿਆ, ਸਿੰਜਿਆ ਤੇ ਉਗਾਇਆ ਜਾਂਦਾ ਹੈ। ਬਿਨਾਂ ਬੀਜ ਦੇ ਜਿਸ ਤਰ੍ਹਾਂ ਤੁਸੀਂ ਅਨਾਜ ਨਹੀਂ ਪ੍ਰਾਪਤ ਕਰ ਸਕਦੇ, ਉਸੇ ਤਰ੍ਹਾਂ ਪੈਸੇ ਦੇ ਬਿਨਾਂ ਚੰਗੀ ਕਿਸਮਤ ਵਾਲੇ ਵੀ ਨਹੀਂ ਬਣ ਸਕਦੇ। ਬੀਜ ਨੂੰ ਅਨਾਜ ਬਣਾਉਣ ਦੇ ਲਈ ਜਿਸ ਪ੍ਰਕਾਰ ਬੀਜ ਦੀ ਸੁਰੱਖਿਆ ਅਤੇ ਹਰ ਦ੍ਰਿਸ਼ਟੀ ਨਾਲ ਉਸ ਦਾ ਬਚਾਓ ਕਰਨਾ ਪੈਂਦਾ ਹੈ, ਉਸੇ ਤਰ੍ਹਾਂ ਪੈਸਿਆਂ ਦੀ ਬਚਤ ਕਰੋ। ਬਚਤ ਕਰਨ ਦੀ ਆਦਤ ਤੋਂ ਬਿਨਾਂ ਬਚਤ ਨਹੀਂ ਹੋ ਸਕਦੀ। ਸਿਰਫ ਇਹ ਸੋਚ ਲੈਣਾ ਹੀ ਕਾਫੀ ਨਹੀਂ ਹੈ ਕਿ ਬਚਤ ਕਰਨੀ ਚਾਹੀਦੀ ਹੈ ਜਾਂ ਬਚਤ ਕਰਿਆ ਕਰਾਂਗਾ। ਕਰੋਗੇ ਕਿਵੇਂ ਜੇ ਅਭਿਆਸ ਨਹੀਂ ਹੋਵੇਗਾ? ਸ਼ੁਰੂ ਵਿੱਚ ਅਭਿਆਸ ਪਾਉਣ ਦੇ ਲਈ ਤੁਸੀਂ ਕਿਸੇ ਗੁੱਲਕ ਵਿੱਚ ਚਾਹੇ ਸਿਰਫ 1 ਪੈਸਾ ਹੀ ਪ੍ਰਤੀ ਦਿਨ ਪਾਓ, ਪਰ ਨਿਯਮਿਤ ਰੂਪ ਵਿੱਚ ਪਾਓ ਤੇ ਪਾ ਕੇ ਭੁੱਲ ਜਾਵੋ। ਭੁੱਲ ਜਾਣ ਦਾ ਮਤਲਬ ਇਹ ਹੈ ਕਿ ਉਸ ਨੂੰ ਕੱਢ ਕੇ ਖਰਚ ਨਾ ਕਰ ਦਿਓ। ਕੁਝ ਮਹੀਨੇ ਬੀਤ ਜਾਣ ਤੇ ਜਦੋਂ ਗੁੱਲਕ ਭਰ ਜਾਵੇਗੀ ਤਾਂ ਉਸ ਥੋੜੀ ਜਿਹੀ ਜਮ੍ਹਾਂ ਪੂੰਜੀ ਨਾਲ ਹੀ ਤੁਹਾਨੂੰ ਅਹਿਸਾਸ ਹੋਣ ਲੱਗੇਗਾ ਕਿ ਤੁਸੀਂ 1 ਪੈਸੇ ਕਰਕੇ ਇੰਨੇ ਸਾਰੇ ਪੈਸੇ ਜੋੜ ਲਏ ਹਨ। ਫਿਰ ਹੌਲੀ 1 ਦੀ ਬਜਾਏ 2, 5 ਜਾਂ 10 ਪੈਸੇ ਰੋਜ਼ ਪਾਉਣਾ ਸ਼ੁਰੂ ਕਰੋ। ਬਚਤ ਦਾ ਅਭਿਆਸ ਜਿੱਥੇ ਇੱਕ ਪਾਸੇ ਕੁਝ ਪੈਸਾ ਜਮ੍ਹਾਂ ਕਰਾ ਦਿੰਦਾ ਹੈ, ਉੱਥੇ ਵਿਅਕਤੀ ਨੂੰ ਫਜ਼ੂਲ ਖਰਚੀ ਦੀ ਆਦਤ ਤੋਂ ਵੀ ਮੁਕਤ ਕਰ ਦਿੰਦਾ ਹੈ। ਇਸ ਦੇ ਇਲਾਵਾ ਹੁੰਦਾ ਇਹ ਹੈ ਕਿ ਇੱਕ ਵਾਰ ਆਪਣੀ ਜਮ੍ਹਾਂ ਕੀਤੀ ਹੋਈ ਰਕਮ ਨੂੰ ਦੇਖ ਕੇ ਤੁਹਾਡੇ ਮਨ ਵਿੱਚ ਜੋ ਸੁੱਖ ਸੰਚਾਰ ਜਾਗਰਿਤ ਹੁੰਦਾ ਹੈ, ਉਹ ਮਨ ਵਿੱਚ ਜਮਿਆ ਰਹਿਣਾ ਚਾਹੁੰਦਾ ਹੈ ਅਤੇ ਫਿਰ ਉਹੀ ਸੁੱਖ ਖੁਦ ਹੀ ਜ਼ਿਆਦਾ ਬਚਤ ਕਰਵਾਉਣ ਵਿੱਚ ਲੱਗ ਜਾਂਦਾ ਹੈ। ਸੋ ਦੋਸਤੋ, ਇਹ ਸੀ ਲੇਖ ਸਵੇਟ ਮਾਡਰਨ ਦੁਆਰਾ, ਜਿਹਦੇ ਵਿੱਚ ਬਹੁਤ ਵਧੀਆ ਆਪਾਂ ਨੂੰ ਮੈਸੇਜ ਦਿੱਤਾ ਗਿਆ ਹੈ। ਸੋ ਫਿਰ ਵੀ ਜੇ ਕਿਸੇ ਨੂੰ ਇਸ ਲੇਖ ਦੀ ਚੰਗੀ ਤਰ੍ਹਾਂ ਸਮਝ ਨਹੀਂ ਆਈ ਤਾਂ ਉਹ ਇਸ ਵੀਡੀਓ ਨੂੰ ਦੁਬਾਰਾ ਸੁਣੇ, ਉਸ ਨੂੰ ਜ਼ਰੂਰ ਇਕੱਲੀ ਗੱਲ ਸਮਝ ਆ ਜਾਵੇਗੀ। ਸੋ ਹਰ ਕਿਸੇ ਨਾਲ ਇਹ ਸ਼ੇਅਰ ਕਰਿਓ। ਇਹ ਕਿਤਾਬੀ ਖਜ਼ਾਨਾ ਜਿਹੜਾ ਬਹੁਤ ਜ਼ਰੂਰੀ ਹੈ ਤੁਹਾਡੇ ਤੱਕ ਪਹੁੰਚਣਾ। ਸੋ ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ।